एक किवें आइडिया दिमाग च आया कि मेयर के तौर पर चोन लड़नी चाहिए, हम मौका आ गया? मेरी लाइफ ही इदां ही रही है। मैं टीचर हाँ, शुरू तो बाहला क्लासरूम 'ਚ ਹੀ ਕੰਮ ਕੀਤਾ ਆ ਤੇ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀਗਾ ਵੀ ਜੇ ਤੁਸੀਂ ਬੱਚਿਆਂ ਲਈ ਸੁਧਾਰ ਲੈ ਕੇ ਆਉਣਾ ਆ ਤੁਹਾਨੂੰ ਕਲਾਸਰੂਮ ਦੇ ਵਿੱਚੋਂ ਨਿਕਲ ਕੇ ਕਮਿਊਨਿਟੀ ਵਿੱਚ ਕੰਮ ਕਰਨਾ ਪੈਣਾ ਹੈ, ਫਿਰ ਪਾਲਿਸੀ ਇਸ਼ੂਜ਼ ਤੇ ਵੀ ਕੰਮ ਕਰਨਾ ਪੈਣਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਟੀਚਰਾਂ ਦੀ ਪ੍ਰਧਾਨ ਬਣੀ ਸੀ BC ਟੀਚਰਸ ਦੇ ਤੇ ਵਾਈਸ ਪ੍ਰੈਜ਼ੀਡੈਂਟ ਰਹੀ ਹਾਂ ਆਪਣੇ ਕੈਨੇਡੀਅਨ ਟੀਚਰਸ ਦੀ। ਸੋ ਉਹਨਾਂ ਦਿਨਾਂ ਦੇ ਵਿੱਚ ਮੈਂ ਲੜੀ ਸੀਗੀ ਬੱਚਿਆਂ ਦੇ ਹੱਕਾਂ ਲਈ ਕਲਾਸਰੂਮਸ, ਪਰ ਸਭ ਤੋਂ ਵੱਡੀ ਉਹ ਲੜਾਈ ਸੀਗੀ ਵੀ ਸਾਡੇ ਡੈਮੋਕ੍ਰੇਸੀ ਦੀ, ਵੀ ਡੈਮੋਕ੍ਰੇਸੀ ਵਿੱਚ ਰਹਿ ਕੇ ਕਿਹੜੇ ਹੱਕ ਕੰਮ ਇੰਟਰਨੈਸ਼ਨਲੀ ਰੈਕਗਨਾਈਜ਼ਡ ਹੈਗੇ। ਪਰ ਇਹ ਵੀ ਪਤਾ ਸੀਗਾ ਵੀ ਤੁਸੀਂ ਸਿਰਫ ਤੀਰ ਨਹੀਂ ਚਲਾਉਣੇ, ਸਮਝੌਤਾ ਵੀ ਕਰਨਾ ਪੈਂਦਾ ਆ। ਸਰਕਾਰਾਂ ਨਾਲ ਸਮਝੌਤਾ ਵੀ ਕੀਤਾ ਤੇ ਇੰਪਰੂਵਮੈਂਟਸ ਵੀ ਕੀਤੀਆਂ। ਪਰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਕੁਰਸੀ ਨਾਲ ਘੱਟ ਪਿਆਰ ਹੁੰਦਾ ਆ, ਕੰਮ ਕਰਨ ਨਾਲ ਜ਼ਿਆਦਾ ਹੁੰਦਾ ਹੈ। ਇਸ ਕਰਕੇ ਮੈਂ ਇਹ ਨਹੀਂ ਸਮਝਦੀ ਵੀ ਜਿਹੜਾ ਕੰਮ ਆ, ਪਰ ਮੈਂ ਵੀ ਬਹੁਤ ਸੋਚਿਆ, ਪਰ ਐਂਡ 'ਤੇ ਜਾ ਕੇ ਯੰਗ ਲੋਕਾਂ ਨੇ ਜਿਹੜੇ 40 ਕੁ ਸਾਲਾਂ ਦੇ ਆ ਨਾ, ਉਹਨਾਂ ਨੇ ਮੈਨੂੰ ਆ ਕੇ ਕਿਹਾ ਜਿੰਨੀ ਸਾਨੂੰ ਤੁਹਾਡੀ ਜ਼ਰੂਰਤ ਹੈਗੀ ਆ ਕਰਕੇ ਸੁਧਾਰ ਲਿਆਉਣ ਦੀ ਲੋੜ ਹੈਗੀ ਆ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸਰੀ ਦੀ ਜਦੋਂ ਗੱਲ ਕਰਦੇ ਆ ਤਾਂ ਹੁਣ 2022 ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਨੇ। ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਵੱਖ-ਵੱਖ ਤਰ੍ਹਾਂ ਆਪਣੀ ਕਿਸਮਤ ਅਜ਼ਮਾਉਣਗੀਆਂ, ਪਰ ਸਰੀ ਦਾ ਕੀ ਹੋਵੇਗਾ ਸਾਰੇ ਇਹੀ ਦਿਮਾਗ ਦੇ ਵਿੱਚ ਸੋਚਦੇ ਆ। ਸਾਰੀਆਂ ਮਿਊਨਿਸਪੈਲਿਟੀਜ਼ ਇਲੈਕਸ਼ਨ ਲੜ ਰਹੀਆਂ ਨੇ, ਪਰ ਸਰੀ ਦਾ ਨਾਮ ਸਭ ਤੋਂ ਜ਼ਿਆਦਾ ਚਮਕਦਾ। ਕਿਉਂ? ਕਿਉਂਕਿ ਸਰੀ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ। ਕਿਹੜੇ-ਕਿਹੜੇ ਮੁੱਦੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਤੇ ਇਮੀਡੀਏਟਲੀ ਕੰਮ ਕੀਤਾ ਜਾਵੇ, ਉਸ ਦੇ ਬਾਰੇ ਗੱਲਬਾਤ ਕਰਾਂਗੇ ਇਲੈਕਸ਼ਨ ਦੇ ਬਾਰੇ। ਇਲੈਕਸ਼ਨ ਦੇ ਵਿੱਚ ਪਹਿਲੀ ਧਿਰ ਜਿਹਨੇ ਚੋਣਾਂ ਦਾ ਬਿਗੁਲ ਵਜਾ ਦਿੱਤਾ, ਅਸੀਂ ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਜਿਨੀ ਸਿਮਸ, ਉਹਨਾਂ ਨੇ ਮੇਅਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਬਾਕੀ ਦੀ ਸਲੇਟ ਦੇ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਕਿਹੜਾ ਜਿਹੜਾ ਟੀਚਾ ਲੈ ਕੇ ਇਹ ਤੁਰੇ ਨੇ ਉਸ ਬਾਰੇ ਗੱਲਬਾਤ ਕਰਾਂਗੇ। ਅੱਜ ਪਹੁੰਚੇ ਹੋਏ ਨੇ ਜਿਨੀ ਸਿਮਸ, ਆਓ ਸਵਾਗਤ ਕਰਦੇ ਹਾਂ। ਜਿਨੀ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਜਿਨੀ, ਜਿਵੇਂ ਸਾਰਿਆਂ ਦੇ ਦਿਮਾਗ 'ਚ ਇੱਕੋ ਹੀ ਸਵਾਲ ਆਉਂਦਾ ਹੈ ਕਿ ਕੋਈ ਪਹਿਲਾਂ ਮਿਊਨਿਸਪਲ ਲੈਵਲ ਤੇ ਜਾਂਦਾ, ਫਿਰ ਪ੍ਰੋਵਿੰਸ਼ੀਅਲ ਤੇ ਫਿਰ ਫੈਡਰਲ। ਤੁਸੀਂ ਫੈਡਰਲ ਤੋਂ ਸ਼ੁਰੂ ਕੀਤਾ, ਫਿਰ ਤੁਸੀਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਮੰਤਰੀ ਬਣੇ, MLA, ਤਾਂ ਫਿਰ ਹੁਣ ਤੁਸੀਂ ਮੇਅਰ ਦੇ ਤੌਰ ਤੇ ਸਿਟੀ ਨੂੰ ਸੁਧਾਰਨ ਦੇ ਵੱਲ ਵੱਧ ਰਹੇ ਹੋ। ਕਰਨੀ ਚਾਹੀਦੀ ਆ, ਹੁਣ ਉਹ ਮੌਕਾ ਆ ਗਿਆ। ਮੇਰੀ ਲਾਈਫ ਹੀ ਇਦਾਂ ਹੀ ਰਹੀ ਆ। ਮੈਂ ਟੀਚਰ ਹਾਂ, ਸ਼ੁਰੂ ਤੋਂ ਬਾਹਲਾ ਕਲਾਸਰੂਮ 'ਚ ਹੀ ਕੰਮ ਕੀਤਾ ਆ ਤੇ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀਗਾ ਵੀ ਜੇ ਤੁਸੀਂ ਬੱਚਿਆਂ ਲਈ ਸੁਧਾਰ ਲੈ ਕੇ ਆਉਣਾ ਆ ਤੁਹਾਨੂੰ ਕਲਾਸਰੂਮ ਦੇ ਵਿੱਚੋਂ ਨਿਕਲ ਕੇ ਕਮਿਊਨਿਟੀ ਵਿੱਚ ਕੰਮ ਕਰਨਾ ਪੈਣਾ ਆ, ਫਿਰ ਪਾਲਿਸੀ ਇਸ਼ੂਜ਼ ਤੇ ਵੀ ਕੰਮ ਕਰਨਾ ਪੈਣਾ ਆ। ਜਦੋਂ ਮੈਂ MP ਲਈ ਖੜੀ ਸੀਗੀ ਉਦੋਂ ਮੈਂ ਖੜੀ ਹੋਈ ਸੀ ਕਿਉਂਕਿ ਬਹੁਤ ਕੁਛ ਸਾਡੇ ਫੈਡਰਲ ਲੈਵਲ ਤੇ ਹੋ ਰਿਹਾ ਸੀਗਾ ਜਿਹਦੇ ਨਾਲ ਆਮ ਇਨਸਾਨ, ਔਰਤਾਂ ਨੂੰ, ਜਿਹੜੇ ਵਲਨਰੇਬਲ ਹੈਗੇ ਆ, ਸਾਡੀ ਫੋਰਨ ਪਾਲਿਸੀ ਤੇ ਇਮੀਗ੍ਰੇਸ਼ਨ ਤੇ ਬਹੁਤ ਸਾਰਾ ਅਸਰ ਲੱਗ ਰਿਹਾ ਸੀਗਾ। ਪਰ ਸਭ ਤੋਂ ਪਹਿਲਾਂ ਤਾਂ ਮੈਂ ਟੀਚਰਾਂ ਦੀ ਪ੍ਰਧਾਨ ਬਣੀ ਸੀ BC ਟੀਚਰਸ ਦੀ ਤੇ ਵਾਈਸ ਪ੍ਰੈਜ਼ੀਡੈਂਟ ਰਹੀ ਹਾਂ ਆਪਣੇ ਕੈਨੇਡੀਅਨ ਟੀਚਰਸ ਦੀ ਵੀ। ਸੋ ਉਹਨਾਂ ਦਿਨਾਂ ਦੇ ਵਿੱਚ ਮੈਂ ਲੜੀ ਸੀਗੀ ਬੱਚਿਆਂ ਦੇ ਹੱਕਾਂ ਲਈ ਕਲਾਸਰੂਮਸ, ਵੀ ਸਾਡੇ ਜਿਹੜੇ ਸਪੈਸ਼ਲ ਨੀਡਸ ਬੱਚੇ ਆ ਉਹਨਾਂ ਨੂੰ ਵੀ ਸਪੋਰਟ ਚਾਹੀਦੀ ਆ, ਕਲਾਸ ਕੰਪੋਜੀਸ਼ਨ ਉਹਨੂੰ ਕਹਿੰਦੇ ਆ। ਤੇ ਨਾਲ ਹੀ ਮੈਂ ਲੜੀ ਸੀਗੀ ਜਿਹੜੇ ਵਰਕਰਸ ਜਾਂ ਕੰਮ ਕਰਨ ਵਾਲੇ ਉਹਨਾਂ ਦੇ ਹੱਕਾਂ ਲਈ। ਪਰ ਸਭ ਤੋਂ ਵੱਡੀ ਉਹ ਲੜਾਈ ਸੀਗੀ ਵੀ ਸਾਡੇ ਡੈਮੋਕ੍ਰੇਸੀ ਦੀ, ਵੀ ਡੈਮੋਕ੍ਰੇਸੀ ਵਿੱਚ ਰਹਿ ਕੇ ਕਿਹੜੇ ਹੱਕ ਕੰਮ ਇੰਟਰਨੈਸ਼ਨਲੀ ਰੈਕਗਨਾਈਜ਼ਡ ਹੈਗੇ ਆ। ਤੇ ਉਹਦੇ ਥਾਂ ਮੈਂ ਉੱਥੇ ਖੜੀ ਹੋ ਕੇ ਬਹੁਤ ਕੰਮ ਕੀਤਾ, ਪਰ ਇਹ ਵੀ ਪਤਾ ਸੀਗਾ ਵੀ ਤੁਸੀਂ ਸਿਰਫ ਤੀਰ ਨਹੀਂ ਚਲਾਉਣੇ, ਸਮਝੌਤਾ ਵੀ ਕਰਨਾ ਪੈਂਦਾ ਆ। ਸਰਕਾਰਾਂ ਨਾਲ ਸਮਝੌਤਾ ਵੀ ਕੀਤਾ ਤੇ ਇੰਪਰੂਵਮੈਂਟਸ ਵੀ ਕੀਤੀਆਂ। ਫਿਰ ਮੈਂ ਜਦੋਂ MLA ਖੜੀ ਸੀਗੀ, ਬਸ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਕੁਰਸੀ ਨਾਲ ਘੱਟ ਪਿਆਰ ਹੁੰਦਾ ਆ, ਕੰਮ ਕਰਨ ਨਾਲ ਜ਼ਿਆਦਾ ਹੁੰਦਾ ਆ। ਇਸ ਕਰਕੇ ਮੈਂ ਇਹ ਨਹੀਂ ਸਮਝਦੀ ਵੀ ਜਿਹੜਾ ਕੰਮ MP ਦਾ ਆ ਉਹਦਾ ਸਟੇਟਸ ਜ਼ਿਆਦਾ ਆ ਤੇ ਜਿਹੜਾ ਸਿਟੀ ਕਾਉਂਸਲ ਜਾਂ ਸਕੂਲ ਬੋਰਡ ਦਾ ਆ ਉਹਨਾਂ ਦਾ ਘੱਟ ਆ। they all do different jobs, ਸਾਰੇ ਹੀ ਬਹੁਤ ਹੀ ਇੰਪੋਰਟੈਂਟ ਹੈਗੇ ਆ ਸਾਡੇ ਡੈਮੋਕ੍ਰੇਸੀ ਲਈ। ਤੇ ਇਸ ਵਕਤ ਮੈਂ MLA ਸੀ, ਇਸ ਵਕਤ ਮੈਂ ਲੀਵ ਤੇ ਹਾਂ without pay. I took a leave for 4 months election ਲੜਨ ਲਈ। ਇਸ ਮੈਂ ਕਿਉਂ ਇਹ ਪੈਰ ਚੁੱਕਿਆ?
ਮੈਨੂੰ ਬਹੁਤ ਸਾਰਿਆਂ ਨੇ ਪੁੱਛਿਆ ਵੀ ਤੂੰ ਤਾਂ ਹੁਣ ਕੰਫਰਟੇਬਲ ਸਟੇਜ ਤੇ ਸੀਗੀ, ਆਪਣਾ ਟਾਈਮ ਰਾਤ ਦੇ ਨਾਲ ਘਟਾ ਲੈਂਦੀ। ਲੋਕਾਂ ਨੇ ਵੀ ਬਹੁਤ ਆ ਕੇ ਕਿਹਾ, ਪਰ ਮੈਂ ਵੀ ਬਹੁਤ ਸੋਚਿਆ। ਪਰ ਐਂਡ ਤੇ ਜਾ ਕੇ ਯੰਗ ਲੋਕਾਂ ਨੇ ਜਿਹੜੇ 40 ਕੁ ਸਾਲਾਂ ਦੇ ਆ ਨਾ, ਉਹਨਾਂ ਨੇ ਮੈਨੂੰ ਆ ਕੇ ਕਿਹਾ ਜਿੰਨੀ ਸਾਨੂੰ ਤੁਹਾਡੀ ਜ਼ਰੂਰਤ ਹੈਗੀ ਆ, ਕਰਕੇ ਸੁਧਾਰ ਲਿਆਉਣ ਦੀ ਲੋੜ ਹੈਗੀ ਆ। ਸਾਨੂੰ ਐਸਾ ਇਨਸਾਨ ਚਾਹੀਦਾ ਆ ਜਿਹੜੇ ਕਮਿਊਨਿਟੀਜ਼ ਨੂੰ ਜੋੜ ਸਕੇ। ਪਿਛਲੇ 4 ਸਾਲਾਂ ਦੇ ਵਿੱਚ ਮੁੱਦੇ ਲੈ ਲੈ ਕੇ ਲੋਕਾਂ ਨੂੰ ਡਿਵਾਈਡ ਕੀਤਾ ਗਿਆ ਆ, ਸਮਟਾਈਮਸ ਰੇਸ਼ੀਅਲੀ ਜਾਂ ਇਕਨੋਮਿਕਲੀ, ਪਰ ਡਿਵਾਈਡ ਕੀਤਾ ਗਿਆ ਆ। ਹੁਣ ਵਕਤ ਆ ਗਿਆ ਵੀ ਅਸੀਂ ਲੋਕਾਂ ਨੂੰ ਜੋੜੀਏ। ਜੇ ਅਸੀਂ ਸਰੀ ਨੂੰ ਗਾਂਹ ਲੈ ਕੇ ਜਾਣਾ ਆ, ਸਾਨੂੰ ਸਰੀ ਦੇ ਵਿੱਚ ਗਵਰਨੈਂਸ ਐਸੀ ਚਾਹੀਦੀ ਆ ਜਿਹੜੀ ਸਾਫ਼ ਸੁਥਰੀ ਹੋਵੇ ਤੇ ਜਿਹੜੇ ਕੰਮ ਕਰਨ ਤੇ ਜਿਹੜੇ ਲੋਕਾਂ ਨੂੰ ਡਿਵਾਈਡ ਨਾ ਕਰਨ। ਡੈਮੋਕ੍ਰੇਸੀ ਦੇ ਉੱਪਰ ਸਭ ਤੋਂ ਵੱਡਾ ਖਤਰਾ ਆ ਇਸ ਵਕਤ, ਕਿਉਂਕਿ ਸਾਡੇ ਕਾਉਂਸਲ ਜੇ ਉਹਨਾਂ ਨੂੰ ਕੋਈ ਡਿਸਐਗਰੀ ਕਰਦਾ ਆ, ਸੁਣਨ ਨੂੰ ਹੀ ਤਿਆਰ ਹੈ ਨਹੀਂ। ਡਿਬੇਟ ਬਹੁਤ ਘੱਟ ਹੁੰਦੀ ਆ ਪਬਲਿਕ ਮੀਟਿੰਗ ਵਿੱਚ। ਜੇ ਕੋਈ ਸਵਾਲ ਪੁੱਛਦਾ ਆ, ਉਹਨਾਂ ਨੂੰ ਤੁਸੀਂ ਮੀਟਿੰਗਸ ਤੋਂ ਬਾਹਰ ਕੱਢ ਦਿਓ, ਜਾਂ ਤੁਹਾਡਾ ਕੋਈ ਆਪੋਜੀਸ਼ਨ ਕਰਦਾ ਆ, ਤੁਸੀਂ ਨਵਾਂ ਬਾਇਲੋ ਬਣਾ ਦਿਓ ਸਾਇੰਸ ਦਾ। ਸੋ ਇੱਦਾਂ ਡੈਮੋਕ੍ਰੇਸੀ ਨਹੀਂ ਹੁੰਦੀ। ਡੈਮੋਕ੍ਰੇਸੀ ਉਹ ਹੁੰਦੀ ਆ ਜਿੱਥੇ ਜਿਹੜੇ ਚੁਣੇ ਆ, ਇਹ ਜਿਹੜਾ ਮੈਜ਼ ਕਾਉਂਸਲ ਆ, ਸਾਡੇ ਲੋਕਾਂ ਨੇ ਇੱਥੇ ਚੁਣਿਆ ਆ, ਅਸੀਂ ਉਹ ਅਹੁਦੇ ਦੀ ਰਿਸਪੈਕਟ ਕਰਦੇ ਆ। ਉਹ ਸਿਟੀ ਕਾਉਂਸਲ ਆ, ਪਰ ਸਿਟੀ ਕਾਉਂਸਲ ਇਸ ਵਕਤ ਇੰਨਾ ਡਿਵਾਈਡ ਹੋਇਆ ਪਿਆ ਆ, ਉਹ ਇੱਕ ਦੂਸਰੇ ਤੇ ਤੀਰ ਹੀ ਸਿੱਟ ਰਿਹਾ ਆ ਜੀ, ਤੇ ਕੰਮ ਨਹੀਂ ਹੋ ਰਿਹਾ। ਤੇ ਜਦੋਂ ਮੈਂ ਸੋਚਦੀ ਸੀਗੀ ਵੀ ਮੈਂ ਕਿਉਂ ਖੜੀ ਹੋਈ ਆ, 3 ਕਾਰਨ ਆ। ਪਹਿਲਾ ਹੈਗਾ ਆ ਟੂ ਬ੍ਰਿੰਗ ਬੈਕ ਡੈਮੋਕ੍ਰੇਸੀ, ਟਰਾਂਸਪੈਰੈਂਸੀ ਐਂਡ ਅਕਾਊਂਟੇਬਿਲਿਟੀ ਟੂ ਕਾਉਂਸਲ ਨੂੰ, ਵੀ ਜੋ ਕੁਛ ਸੀਕ੍ਰੇਟ ਵਿੱਚ ਹੋ ਰਿਹਾ ਨਾ ਹੋਵੇ, ਬਾਹਰ ਹੋਵੇ ਤਾਂ ਰਿਸਪੈਕਟਫੁਲੀ ਹੋਵੇ। ਡੈਮੋਕ੍ਰੇਸੀ, ਬ੍ਰਿੰਗਿੰਗ ਡੈਮੋਕ੍ਰੇਸੀ ਬੈਕ। ਦੂਸਰੀ ਗੱਲ ਇਹ ਹੈਗੀ ਆ, ਮੈਂ ਇਲੈਕਸ਼ਨ ਲੜ ਰਹੀ ਹਾਂ, ਫੇਅਰਨੈਸ ਗੋਇੰਗ ਫੋਰਵਰਡ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਹੈਗਾ ਆ, ਤੇ ਉਹ ਮੈਨੂੰ ਦੱਸਦੇ ਇਹ ਅਸਲੀਅਤ ਆ ਵੀ ਹਰੇਕ ਨੂੰ ਇਕੁਅਲ ਟਰੀਟਮੈਂਟ ਨਹੀਂ ਮਿਲਦੀ ਸਿਟੀ ਹਾਲ ਦੇ ਵਿੱਚ। ਬੇਸ਼ੱਕ ਦੀ ਉਹ ਪਰਮਿਟ ਦੇ ਇਸ਼ੂ ਹੋਣ, ਬੇਸ਼ੱਕ ਦੀ ਉਹ ਟਰੀ ਰਿਮੂਵਲ ਦੇ ਹੋਣ, ਡਿਵੈਲਪਮੈਂਟ ਤੇ ਹੋਣ, ਜਿਹੜਾ ਮਰਜ਼ੀ ਵੀ ਇਸ਼ੂ ਆ, ਲੋਕਾਂ ਦੇ ਮਨ ਵਿੱਚ ਪੈ ਗਿਆ ਆ ਵੀ ਸਰੀ ਦੇ ਵਿੱਚ ਫੇਅਰ ਟਰੀਟਮੈਂਟ ਹੈ ਨਹੀਂ। ਜਿਹਨੂੰ ਤੁਸੀਂ ਜਾਣਦੇ ਆ ਉਹ ਜ਼ਿਆਦਾ ਮਤਲਬ ਰੱਖਦਾ ਆ, ਇਹ ਨਹੀਂ ਵੀ ਤੁਹਾਡਾ ਕੰਮ ਕਿੱਦਾਂ ਆ। ਉੱਥੇ ਫੇਅਰਨੈਸ ਫੋਰਵਰਡ ਦਾ ਇੱਕੋ ਹੀ ਤਰੀਕਾ ਆ, ਸਿੰਪਲੀਫਾਈਡ ਰੂਲਸ, ਐਕਸਪੀਡਾਈਟਡ ਪ੍ਰੋਸੈਸ। ਜਦੋਂ ਜਾਵੇ, ਬੇਸ਼ੱਕ ਦੀ ਤੁਸੀਂ 1 ਘਰ ਬਣਾਉਣਾ ਆ, ਬੇਸ਼ੱਕ ਦੀ ਤੁਸੀਂ 20 ਬਣਾਉਣੇ ਆ, ਬੇਸ਼ੱਕ ਦੀ ਤੁਸੀਂ 100 ਬਣਾਉਣਾ ਆ, everybody knows what the rules are and then you follow those rules, and that's the way it should be for everybody. ਤੀਸਰਾ ਹੈਗਾ ਆ ਪਿਛਲੇ 4 ਸਾਲ ਦੇ ਵਿੱਚ ਕਾਉਂਸਲ ਨੇ ਇੰਨਾ ਇੱਕ ਦੂਸਰੇ ਤੇ ਤੀਰ ਤੂਰ ਸਿੱਟੇ ਆ, ਤੇ ਉਹਨਾਂ ਨੂੰ ਚੇਤਾ ਭੁੱਲ ਗਿਆ ਵੀ ਲੋਕ ਕਿੱਦਾਂ ਸਟਰਗਲ ਕਰ ਰਹੇ ਆ। ਅਫੋਰਡੇਬਿਲਿਟੀ ਇਸ਼ੂਜ਼, ਬਿਲਕੁਲ ਅਫੋਰਡੇਬਿਲਿਟੀ ਹਾਊਸਿੰਗ ਦੇ ਵਿੱਚ ਇੰਨੇ ਪਰਮਿਟਸ ਅੜੇ ਪਏ ਆ ਸਰੀ ਦੇ ਵਿੱਚ, ਤੇ ਲੋਕ ਆ ਕੇ ਰੋ ਰੋ ਕੇ ਦੱਸਦੇ ਵੀ ਸਾਡਾ ਇੰਨਾ ਨੁਕਸਾਨ ਹੋ ਰਿਹਾ ਆ। We need to build more housing, more affordable housing and more social housing. ਇਹਦੇ ਨਾਲ ਇਸ ਵਕਤ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਪੂਰੀ ਤਰ੍ਹਾਂ ਕੰਮ ਕਰਨ ਨੂੰ ਤਿਆਰ ਆ। ਦੂਸਰੇ ਸੂਬਿਆਂ ਦੇ ਵਿੱਚ ਮਿਊਨਿਸਪੈਲਿਟੀ 'ਚ ਹੋ ਰਿਹਾ ਆ। ਮੈਂ ਚਾਹੁੰਦੀ ਹਾਂ ਤੇ ਮੈਂ ਲੈ ਕੇ ਆ ਸਕਦੀ ਹਾਂ, ਸਾਡੇ ਇੱਥੇ ਵੀ ਉਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ। ਤੇ ਦੂਸਰੀ ਗੱਲ ਹੈਗੀ ਪਬਲਿਕ ਟਰਾਂਜ਼ਿਟ ਦੀ। ਅਸੀਂ ਸਰੀ ਬਹੁਤ ਵੱਡਾ ਸ਼ਹਿਰ ਆ, ਤੇ ਅੱਜ ਮੈਂ ਸੋਚਦੀ ਸੀਗੀ ਵੀ ਸਾਡਾ ਤੇ ਸ਼ਹਿਰ ਦੇ ਵਿੱਚ ਹੀ 6 ਸ਼ਹਿਰ ਹੈਗੇ ਆ, 6 ਡਿਸਟਿੰਕਟ ਏਰੀਆਜ਼, ਇਦੋਂ ਵੀ ਜ਼ਿਆਦਾ। ਤੁਹਾਨੂੰ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਸਕਾਟ ਰੋਡ ਤੋਂ ਜਾਂਦੇ ਆ, ਉਧਰ 148 ਤਾਂ 57 ਜਿੱਥੇ ਪਾਰਕ ਹੈਗੀ ਆ, ਪੈਨੋਰਾਮਾ ਪਾਰਕ, ਵੀ ਕਿੰਨਾ ਡਿਫਰੈਂਸ ਹੈਗਾ ਆ। ਪਰ ਇਹ ਸਾਰੇ ਇਲਾਕਿਆਂ ਨੂੰ ਜੋੜਨ ਦੀ ਜ਼ਰੂਰਤ ਹੈਗੀ ਆ। ਲੋਕਾਂ ਨੇ ਬਾਹਰ ਵੀ ਕੰਮ ਕਰਨ ਜਾਣਾ ਆ, ਪਰ ਸਰੀ ਵਿੱਚ ਵੀ ਉਹਨਾਂ ਨੇ ਟਰੈਵਲ ਕਰਨਾ ਆ। ਬਹੁਤ ਸਾਰੇ ਇਸ਼ੂਜ਼ ਸੋ ਪਬਲਿਕ ਟਰਾਂਜ਼ਿਟ ਦੇ ਵਿੱਚ ਵੀ ਸਾਨੂੰ ਫੋਕਸ ਕਰਕੇ ਕੰਮ ਕਰਨਾ ਪੈਣਾ ਆ। ਉਹ ਵੀ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕਰ ਰਹੀ ਆ। ਇਹ ਨਹੀਂ ਵੀ ਜਿਹੜੀ ਫੈਡਰਲ ਤਾਂ ਪ੍ਰੋਵਿੰਸ਼ੀਅਲ ਦੀ ਪ੍ਰੋਜੈਕਟ ਹੈਗੀ ਆ, ਜਿੱਦਾਂ ਸਕਾਈ ਟ੍ਰੇਨ ਜਿਹੜੀ ਲੰਗਲੀ ਨੂੰ ਜਾਣੀ ਆ, ਮੇਅਰ ਨੇ ਟਵੀਟ ਪਾ ਕੇ ਤੇ ਵੀਡੀਓ ਬਣਾ ਕੇ WhatsApp ਤੇ ਪਾ ਕੇ ਕਹੀ ਜਾਵੇ ਮੈਂ ਸਕਾਈ ਟ੍ਰੇਨ ਬਣਾ ਦਿੱਤੀ, ਮੈਂ ਸਕਾਈ ਟ੍ਰੇਨ ਬਣਾ ਦਿੱਤੀ। ਉਹ ਸਕਾਈ ਟ੍ਰੇਨ ਹੈਗੀ ਆ ਪ੍ਰੋਵਿੰਸ਼ੀਅਲ ਐਂਡ ਫੈਡਰਲ ਪ੍ਰੋਜੈਕਟ, ਉਹ ਬਣ ਜਾਣੀ ਆ। ਤੇ ਹਾਲੇ ਸ਼ੁਰੂ ਨਹੀਂ ਹੋਈ, ਕਿਉਂਕਿ ਹਾਲੇ ਉਹ ਸਟੈਪਸ ਹੁੰਦੇ ਆ, ਪਰ ਸਾਰੇ ਆਪਾਂ ਨੇ ਪਲਾਨ ਡਿਜ਼ਾਈਨਸ ਦੇਖ ਲਏ ਆ। ਤੇ ਤੀਸਰੀ ਗੱਲ ਜਦੋਂ ਆਪਾਂ ਚਾਈਲਡ ਕੇਅਰ ਤੇ ਵੀ ਦੇਖ ਲਈਏ ਨਾ, ਬਹੁਤ ਵਾਰੀ ਮੈਨੂੰ ਲੋਕ ਸਵਾਲ ਪੁੱਛਦੇ ਹੁੰਦੇ ਸੀਗੇ ਪਹਿਲਾਂ ਵੀ ਜਿੰਨੀ ਵੀ ਵੈਨਕੂਵਰ ਨੂੰ ਇੰਨੀਆਂ ਸੀਟਾਂ ਮਿਲ ਗਈਆਂ ਚਾਈਲਡ ਕੇਅਰ ਦੀਆਂ, ਵੀ ਸਾਡੇ ਕੋਲ ਇੰਨੀਆਂ ਹੀ ਆ, ਕਿਉਂਕਿ
ਸਾਨੂੰ ਪਾਰਟਨਰਸ ਚਾਹੀਦੇ ਆ। ਜਦੋਂ ਸਿਟੀ ਨਾਲ ਮਿਲ ਕੇ ਸਰਕਾਰਾਂ ਦੇ ਕੰਮ ਕਰੇ ਨਾ ਤਾਂ ਬਹੁਤ ਕੁਝ ਸਰੀ ਦੇ ਵਿੱਚ ਹੋ ਸਕਦਾ ਆ। ਇਹ ਤਾਂ ਮੈਂ 2-3 ਮੁੱਦਿਆਂ ਦੀ ਗੱਲ ਕੀਤੀ ਆ, ਬਹੁਤ ਸਾਰੇ ਹੈਗੇ ਆ। ਜਿਵੇਂ ਅਸੀਂ ਮੁੱਦਿਆਂ ਦੀ ਗੱਲ ਵੀ ਕਰ ਰਹੇ ਹੈਗੇ ਆ, ਜਿਵੇਂ ਹੁਣ ਤੁਸੀਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਆ ਕਿ ਤੁਸੀਂ ਐਜ਼ ਐਮਪੀ ਵੀ ਰਹੇ ਹੈਗੇ ਆ, ਐਮਐਲਏ ਵੀ ਰਹੇ ਹੈਗੇ ਆ, ਹੁਣ ਸਿਟੀ ਦੇ ਲੈਵਲ ਦੇ ਉੱਤੇ ਜਾ ਰਹੇ ਹੈਗੇ ਆ। ਹੁਣ ਇਹ ਤਿੰਨਾਂ ਲੈਵਲ ਦੇ ਉੱਤੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਜਿਵੇਂ ਤੁਸੀਂ ਕਿਹਾ ਕਿ ਜੇ ਅਸੀਂ ਫੈਡਰਲ ਲੈਵਲ ਦੇ ਉੱਤੇ ਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਦੇ ਆ, ਫੰਡਿੰਗ ਵੀ ਸਾਨੂੰ ਲੋੜ ਹੈਗੀ ਹੈ, ਉਹਨਾਂ ਤੋਂ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਦੀ ਇੰਪਰੂਵਮੈਂਟ ਦੀ ਵੀ ਲੋੜ ਹੁੰਦੀ ਹੈ। ਸੋ ਰਲ ਮਿਲ ਕੇ ਜੇ ਕੰਮ ਹੋਵੇ ਤਾਂ ਵਧੀਆ ਹੁੰਦਾ। ਹੁਣ ਪਿਛਲੀਆਂ ਚੋਣਾਂ ਤੇ ਝਾਤ ਮਾਰ ਲੈਣੇ ਆ, ਪਿਛਲੀਆਂ ਇਲੈਕਸ਼ਨਸ ਮੈਂ ਆਪ ਖੁਦ ਕਵਰ ਕੀਤੀਆਂ, ਉਹਦੇ ਵਿੱਚ ਟੌਮ ਗਿੱਲ ਤੁਹਾਨੂੰ ਯਾਦ ਹੋਣੇ ਆ, ਸਾਡੇ ਆਪਣੇ ਭਾਈਚਾਰੇ ਚੋਂ ਸੀਗੇ ਤੇ ਉਹਨਾਂ ਨੇ ਬੜਾ ਵਧੀਆ ਕੰਮ ਜਿਹੜਾ ਸਿਟੀ ਹਾਲ 'ਚ ਐਜ਼ ਅ ਕਾਉਂਸਲਰ ਕੀਤਾ ਹੋਇਆ ਸੀਗਾ। ਪਰ ਲੋਕਾਂ ਨੇ ਜਦੋਂ ਇਲੈਕਸ਼ਨ ਦਾ ਟਾਈਮ ਹੋਇਆ ਸਾਥ ਨਹੀਂ ਦਿੱਤਾ। ਹੁਣ ਤੁਸੀਂ ਐਜ਼ ਅ ਕਲਰਡ ਪਰਸਨ ਜਿਹੜਾ ਰਨ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਲੋਕ ਸਾਥ ਦੇਣਗੇ? ਸਭ ਤੋਂ ਪਹਿਲੀ ਗੱਲ, ਸਰੀ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਪਹਿਲੇ ਦਿਨ ਤੋਂ, ਜਦੋਂ ਮੈਂ ਇੱਥੇ ਆਈ ਸੀਗੀ MP ਬਣਨ ਨੂੰ। ਫਿਰ ਜਦੋਂ ਮੈਂ MLA ਖੜੀ ਸੀ ਉਦੋਂ ਵੀ ਸਾਥ ਦਿੱਤਾ ਸੀਗਾ। ਹੁਣ ਮੇਰਾ ਫਰਜ਼ ਬਣਦਾ ਵੀ ਮੈਂ ਲੋਕਾਂ ਨੂੰ ਦੱਸਾਂ ਮੈਂ ਕੀ ਕਰ ਸਕਦੀ ਹਾਂ, ਕੀ ਮੇਰਾ ਐਕਸਪੀਰੀਅੰਸ ਹੈਗਾ ਆ, ਕੀ ਮੇਰੀਆਂ ਤਾਕਤਾਂ ਆ, ਵੀ ਜਿਹਦੇ ਨਾਲ ਇਹ ਕੰਮ ਸਿਰਫ ਜਿੱਤਣ ਦੀ ਨਹੀਂ, ਜਿੱਤ ਕੇ ਬਾਅਦ ਸਰੀ ਦੇ ਵਿੱਚ ਸੁਧਾਰ ਲੈ ਕੇ ਆਉਣ ਦਾ ਕੰਮ ਸਭ ਤੋਂ ਔਖਾ ਹੋਣਾ ਆ। ਉਹਦੇ ਲਈ ਮੈਂ ਤਿਆਰ ਹਾਂ। ਉਹਦੇ ਲਈ ਜਦੋਂ ਤੁਸੀਂ ਮੇਰਾ ਐਕਸਪੀਰੀਅੰਸ ਦੇਖੋ, ਜਦੋਂ ਮੈਂ ਟੀਚਰਾਂ ਦੀ ਪ੍ਰਧਾਨ ਸੀਗੀ ਜਾਂ ਮੈਂ MP ਸੀ, ਜਦੋਂ ਮੈਂ MLA ਵੀ ਸੀਗੀ, ਮੈਨੂੰ ਪਤਾ ਲੋਕਾਂ ਨੂੰ ਕਿੱਦਾਂ ਇਕੱਠਾ ਕਰਨਾ। ਆਮ ਪ੍ਰੈਗਮੈਟਿਕ। ਜਿਹੜੀ ਅਸੀਂ ਸਲੇਟ ਬਣਾਈ ਆ ਉਹ ਪ੍ਰੋਗਰੈਸਿਵ ਸਲੇਟ ਹੈਗੀ ਆ, ਕਿਉਂਕਿ ਸਰੀ ਨੂੰ ਪ੍ਰੋਗਰੈਸਿਵ ਸਲੇਟ ਦੀ ਲੋੜ ਆ। ਪਰ ਇੱਕ ਗੱਲ ਜ਼ਰੂਰ ਆ, ਉਹ NDP ਦੀ ਸਲੇਟ ਨਹੀਂ, ਉੱਥੇ ਕਾਫੀ ਡਾਈਵਰਸਿਟੀ ਹੈਗੀ ਆ। ਤੇ ਜਿੱਦਣ ਅਸੀਂ ਲਾਂਚ ਕੀਤੀ ਨਾ, ਉਦੋਂ ਓਵਰ 600 ਪੀਪਲ ਆਏ ਸੀ ਉੱਥੇ, ਤੁਸੀਂ ਵੀ ਖਬਰ ਕੀਤਾ ਸੀਗਾ। ਤੇ ਉੱਥੇ ਐਸਾ ਲੱਗਾ ਵੀ ਜਿਹੜਾ ਆਮ ਇਨਸਾਨ ਆ ਘਰੋਂ ਬਾਹਰ ਨਿਕਲ ਕੇ ਆਇਆ ਵੀ ਸਾਨੂੰ ਚੇਂਜ ਦੀ ਲੋੜ ਹੈਗੀ ਆ। ਦੇਖੋ, ਜਦੋਂ ਔਰਤ ਖੜੀ ਹੋਵੇ, ਬੇਸ਼ੱਕ ਦੀ ਜਿੱਥੇ ਮਰਜ਼ੀ ਵੀ ਔਰਤ ਖੜੀ ਹੋਵੇ, ਉਹਦੇ ਉੱਪਰ ਤੀਰ ਬਹੁਤ ਚੱਲਦੇ ਹੁੰਦੇ ਆ। ਉਹ ਸਵਾਲ ਪੁੱਛੇ ਜਾਂਦੇ ਆ ਜਿਹੜੇ ਕੋਈ ਮਰਦ ਦੇ ਮੋਹਰੇ ਵੀ ਨਹੀਂ ਰੱਖਦਾ। ਪਰ ਜਦੋਂ ਤੁਸੀਂ ਔਰਤ ਹੁੰਦੇ ਆ ਫਰਮ ਐਨ ਐਥਨਿਕ ਮਾਈਨੋਰਿਟੀ ਗਰੁੱਪ, ਉਦੋਂ ਵੀ ਤੁਹਾਡੇ ਜਿਹੜੇ ਹੁੰਦੇ ਆ ਬਾਹਰ ਕ੍ਰਿਟਿਕਸ, ਉਹ ਬਹੁਤ ਹੀ ਮੌਕਾ ਲੈਂਦੇ ਆ ਗਲਤ ਚੀਜ਼ਾਂ ਨੂੰ ਫੈਲਾਉਣ ਦੀ। ਮੈਂ ਤਾਂ ਇੱਕੋ ਹੀ ਕਿਹਾ ਵੀ ਮੇਰੀ ਲਾਈਫ ਪਹਿਲੇ ਦਿਨ ਤੋਂ ਖੁੱਲ੍ਹੀ ਬੁੱਕ ਰਹੀ ਆ, ਨਾ ਮੈਂ ਕਦੀ ਕੁਛ ਲੁਕੋਇਆ ਆ, ਤੇ ਮੈਂ ਸਾਹਮਣਾ ਕਰੂੰਗੀ। ਤੇ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ, ਮੈਂ 24 ਘੰਟੇ 7 ਦਿਨ ਕੰਮ ਕਰੂੰਗੀ ਸਿਟੀ ਦੇ ਵਿੱਚ ਸੁਧਾਰ ਲਿਆਉਣ ਨੂੰ। ਕਰਕੇ ਇਹ ਉਹ ਕੰਮ ਆ ਸਿਰਫ ਅੱਜ ਦਾ ਨਹੀਂ, ਵੀ ਅਸੀਂ ਕਿਸ ਤਰ੍ਹਾਂ ਦੀ ਸਰੀ ਆਪਣੇ ਬੱਚਿਆਂ ਨੂੰ ਦੇ ਕੇ ਜਾਣੀ ਆ। ਇਹ ਨਹੀਂ ਵੀ ਜੋ ਕੁਛ ਅਸੀਂ ਮਾੜੀਆਂ ਆਦਤਾਂ ਪਿੱਛੇ ਛੱਡ ਕੇ ਆਏ ਸੀਗੇ ਉਹ ਅਸੀਂ ਇੱਥੇ ਕਿੱਦਾਂ ਫੈਲਾ ਕੇ ਜਾਣੀਆਂ। ਕਿਉਂਕਿ ਦੇਖੋ, ਮੇਰੀ ਪਰਵਰਿਸ਼ ਤਾਂ ਇੰਗਲੈਂਡ ਵਿੱਚ ਹੋਈ ਸੀਗੀ, ਮੈਂ ਬਹੁਤ ਕੁਝ ਸਿੱਖ ਲਿਆ ਸਰੀ ਵਿੱਚ ਆ ਕੇ ਰਹਿ ਕੇ। ਤੇ ਕਈ ਚੀਜ਼ਾਂ ਜਿਹੜੀਆਂ ਮੈਂ ਸਿੱਖੀਆਂ ਬਹੁਤ ਮੈਨੂੰ ਮਾਣ ਆ, ਪਰ ਕਈ ਚੀਜ਼ਾਂ ਜਿਹੜੀਆਂ ਦੇਖੀਆਂ ਆ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ। ਇਹ ਸਾਡੇ ਬੱਚੇ ਕਹਿੰਦੇ ਆ ਮੈਨੂੰ, ਜਿਨੀ ਜੇ ਸੁਧਾਰ ਨਾ ਆਇਆ ਇਸ ਇਲੈਕਸ਼ਨ ਦੇ ਵਿੱਚ, ਫਿਰ ਗਾਂ 3-4 ਪੀੜ੍ਹੀਆਂ ਲਈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ, ਉਹਨਾਂ ਨੇ ਬਾਹਰ ਮੂੰਹ ਦਿਖਾਲਣ ਨੂੰ ਲਾਇਕ ਨਹੀਂ ਰਹਿ ਜਾਣਾ ਜਿਸ ਤਰ੍ਹਾਂ ਲੋਕ ਗੱਲਾਂ ਕਰ ਰਹੇ ਆ। ਜੀ ਬਿਲਕੁਲ, ਸਰੀ ਦੀ ਗੱਲ ਕਰਦੇ ਆ ਤਾਂ ਤੁਸੀਂ ਬਹੁਤ ਸਾਰੇ ਮੁੱਦਿਆਂ ਦੀ ਖੁਦ ਹੀ ਗੱਲ ਕਰ ਦਿੱਤੀ ਹੈਗੀ ਹੈ ਕਿ ਇਹ ਮੁੱਦਿਆਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਰ ਸਭ ਤੋਂ ਵੱਡਾ ਮੁੱਦਾ ਜਿਹੜਾ ਅਜੇ ਤੱਕ ਸੋਲਵ ਨਹੀਂ ਹੋਇਆ, ਸਰੀ ਪਲੀਜ਼ RCMP। ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ RCMP ਦੇ ਹੱਕ 'ਚ ਜਾ ਰਹੇ ਨੇ। ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਬੋਰਡ ਲੱਗੇ ਦੇਖੇ ਆ, ਕੀਪ RCMP। ਪਰ ਬਹੁਤ ਸਾਰੇ ਸਰੀ ਦੇ ਲੋਕ ਹੈਗੇ ਨੇ, ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੈਂਗ ਵਾਰਸ, ਗੋਲੀਆਂ ਚੱਲ ਰਹੀਆਂ ਸੀ, ਜਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਸਾਰਿਆਂ ਦੇ ਸਾਹਮਣੇ ਸਥਿਤੀ ਹੈਗੀ ਆ, ਉਸ ਤੋਂ ਬਾਅਦ ਕਹਿ ਰਹੇ ਸੀ ਕਿ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ। ਆਪਣੀ ਪੁਲਿਸ ਮੰਗਦੇ ਥੋੜੇ ਬਹੁਤ ਜਿਹੜੇ ਨੇ ਉਹ ਕਹਿੰਦੇ ਆ ਕਿ ਲਗਾਏ ਗਏ ਨੇ, ਬਹੁਤ ਸਾਰੇ ਅਧਿਕਾਰੀ ਲਗਾਏ ਗਏ ਨੇ। ਹੁਣ ਕਹਿੰਦੇ ਆ ਇਸ ਸਾਲ ਦੇ ਅੰਤ ਤੱਕ, ਮੈਂ ਪਿਛਲੇ ਦਿਨ ਹੀ ਦੇਖ ਰਹੀ ਸੀਗੀ ਜਿਹੜੇ ਹੁਣ ਦੇ ਮੇਅਰ ਹੈਗੇ ਆ ਉਹਨਾਂ ਦੀ ਸਟੇਟਮੈਂਟ ਸੁਣ ਰਹੀ ਸੀ ਕਿ ਇਸ ਸਾਲ ਦੇ ਅੰਤ ਤੱਕ ਟ੍ਰਾਂਜੀਸ਼ਨ ਪੂਰੀ ਤਰ੍ਹਾਂ ਹੋ ਜਾਣਾ। ਪੂਰੇ ਇੰਨੇ ਟਾਈਮ ਲੱਗ ਗਿਆ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ, ਜਿਹੜਾ ਕਹਿੰਦੇ ਹੀ ਆ ਰਹੇ ਆ ਕਿ ਟ੍ਰਾਂਜੀਸ਼ਨ ਹੋਣਾ। ਜੇ ਤੁਸੀਂ ਮੇਅਰ ਬਣਦੇ ਆ ਤਾਂ ਕੀ ਹੋਊਗਾ? RCMP ਆਊ, ਸਰੀ ਪੁਲਿਸ ਆਊ, ਟ੍ਰਾਂਜੀਸ਼ਨ ਕਿਸ ਤਰ੍ਹਾਂ ਦਾ ਹੋਊਗਾ, ਕਿਸ ਤਰ੍ਹਾਂ ਦੀ ਸਰੀ ਹੋਊਗੀ? ਸਭ ਤੋਂ ਪਹਿਲਾਂ ਪੁਲਿਸਿੰਗ ਦਾ ਇਸ਼ੂ ਜਿਹੜਾ ਹੁੰਦਾ ਆ ਉਹ ਹੁੰਦਾ ਹੈ ਅਬਾਊਟ ਸੇਫਟੀ ਐਂਡ ਸਿਕਿਉਰਿਟੀ। ਉਹ ਪੋਲੀਟੀਕਲ ਇਸ਼ੂ ਨਹੀਂ ਹੋਣਾ ਚਾਹੀਦਾ। ਪਰ ਸਰੀ ਦੇ ਵਿੱਚ ਪੁਲਿਸਿੰਗ ਇਸ਼ੂਜ਼ ਨੂੰ ਪੋਲੀਟੀਕਲ ਇਸ਼ੂ ਬਣਾ ਕੇ ਤੇ ਲੋਕਾਂ ਨੂੰ ਤੋੜ ਦਿੱਤਾ ਗਿਆ। ਹੁਣ ਲੋਕ ਸੋਚਣ ਲੱਗ ਪਏ ਆ, 4 ਸਾਲ ਹੋ ਗਏ ਆ, ਟ੍ਰਾਂਜੀਸ਼ਨ ਹੋ ਰਿਹਾ ਆ। ਸਭ ਤੋਂ ਪਹਿਲਾਂ ਜਿਹੜਾ ਵੀ ਪੋਸ਼ਾਕ ਦੀ ਉਹਨਾਂ ਨੇ RCMP ਦੀ ਯੂਨੀਫਾਰਮ ਪਾਈ ਆ,
बेशक दी सरी पुलिस की यूनीफॉर्म पाई आ, मैं उन्हों की बहुत रिस्पैक्ट करती हाँ भी वो ये काम लैण नूं तैयार आ। तो एक गल मैं लाइफ में सीखी है, मैं तुहानूं पता हाई स्कूल में काउंसलर भी रही हाँ, ना कारां बदल के ना यूनीफॉर्म बदल के ਜਿਹੜੇ ਡਰੱਗ ਐਲਕੋਹਲ ਐਂਡ ਗੈਂਗਸ ਇਸ਼ੂ ਆ ਉਹਨਾਂ ਦੇ ਨਾਲ ਨਹੀਂ ਸੁਧਾਰ ਆਉਣਾ ਜੀ। ਸੋ ਕਈ ਗੱਲ ਆ ਵੀ ਹੁਣ ਵੀ ਕਿਹੜੀ ਹੋਣੀ ਚਾਹੀਦੀ ਆ, ਇਹ ਲੋਕਾਂ ਦਾ ਨੰਬਰ 1 ਸਵਾਲ ਹੈਗਾ ਇਸ ਵਕਤ। ਬਿਲਕੁਲ ਮੈਂ ਜਿੱਥੇ ਵੀ ਜਾਂਦੀ ਆ ਹਰ ਕੋਈ ਇਹੀ ਸਵਾਲ ਪੁੱਛਦਾ ਪਹਿਲੇ ਨੰਬਰ ਤੇ। ਇੱਕ ਕਹਿੰਦਾ ਆ ਸਰੀ ਪੁਲਿਸ ਆ ਗਈ ਆ ਆ ਗਈ ਆ ਆ ਗਈ ਆ, 4 ਸਾਲ ਸੁਣਦਿਆਂ ਨੂੰ ਹੋ ਗਿਆ ਆ ਗਈ ਆ। ਦੂਸਰੇ ਪਾਸੇ ਬ੍ਰੈਂਡਾ ਲੌਕਹੌਰਨ ਕਹਿ ਰਹੀ ਆ जिदन मैं चोण हो गई RCMP विल बी बैक, भी ट्रांजिशन स्टॉप हो जाऊगा, RCMP वापस हो जाऊगी। इस वक्त दोनों साडे साइड्स ही इदा उन्होंने अपने लिए साइलो बना लए आ, टनल्स बना लईआं आ भी उन्होंने एक दूसरा दिसदा ही है नहींगा। इस कारण कम्यूनिटी विच आ जिहड़ी एस्कलेशन हो रही आ, ਉੱਚੀ ਉੱਚੀ ਬੋਲਣ ਦੀ, ਗੱਲਾਂ ਕਹਿਣ ਦੀ, ਜਾ ਕੇ ਰੌਲਾ ਪਾਉਣ ਦੀ। ਇੱਕ ਦਿਨ ਉੱਥੇ ਜਾ ਕੇ ਉਹਨਾਂ ਨੇ ਕਹਿ ਦਿੱਤਾ ਰਿਜ਼ਾਈਨ ਟੂ ਆ ਮੈਂ, ਦੂਸਰੇ ਦਿਨ 300 ਬੰਦਾ 150 ਬੰਦਾ ਜਾ ਕੇ ਟੀ-ਸ਼ਰਟਸ ਪਾ ਕੇ ਬੈਠ ਗਿਆ। ਇਹ ਦਿਸ ਇਜ਼ ਨਾਟ ਅ ਸਰੀ ਇਸ਼ੂ, ਸਰੀ ਪੁਲਿਸਿੰਗ ਇਸ਼ੂ। ਇਹ ਹੈਗਾ ਆ two sides trying to, I would say, intimidate each other. That's what it is. What I am saying is, let's get back to the real conversation. So what is it we want from our policing? We want to be able to go to bed at night feeling safe and secure, ਤੇ ਜਦੋਂ ਅਸੀਂ ਸਵੇਰੇ ਉੱਠੀਏ ਸਾਨੂੰ ਇਹ ਵੀ ਪਤਾ ਹੋਵੇ ਵੀ ਸਾਡੇ ਟੈਕਸਸ ਰੀਜ਼ਨੇਬਲ ਆ। ਬਿਲਕੁਲ ਰਾਈਟ, ਇਹੀ ਲੋਕ ਚਾਹੁੰਦੇ ਆ ਜੀ। ਤੇ ਹੁਣ ਮੈਨੂੰ ਸਵਾਲ ਪੁੱਛਦੇ ਆ ਤੂੰ ਚੁਣ A ਜਾਂ B। बहुत ही अनसमझ बंदा होगा ਜਾਂ औरत ਜਿਹੜੀ ਕਹਿ ਦਊਗੀ ਮੈਂ A ਦੇ ਮਗਰ ਆ ਜਾਂ B ਦੇ ਮਗਰ ਆ। ਸਭ ਤੋਂ ਪਹਿਲਾਂ ਤਾਂ ਪਬਲਿਕ ਨੂੰ ਇਨਫੋਰਮੇਸ਼ਨ ਹੀ ਦਿੱਤਾ ਗਿਆ, ਕਾਸਟ ਕਿੰਨਾ ਆ, ਕਿੰਨੇ ਪੁਲਿਸਮੈਨ ਹੋਣੇ ਆ, ਕਿੰਨੀ ਉਹਨਾਂ ਦੀ ਇੰਪੈਕਟ ਹੋਣੀ ਆ। ਕੋਈ ਪਬਲਿਕ ਡਿਬੇਟ ਤੁਸੀਂ ਅੱਜ ਤੱਕ ਸੁਣੀ ਆ ਜਿਹੜੀ ਰੀਜ਼ਨੇਬਲ ਰਹੀ ਆ? We need data. Based on the data we find, I will make a decision that gives us the best safety and security at the best value for our dollar. That seems to me to be the sensible thing to do. And मैं ਤਾਂ ਕਹਿ ਦਿੰਦਾ ਸਕਾਈ ਟ੍ਰੇਨ ਬਣ ਗਈ ਆ, ਉਹ ਤਾਂ ਬਹੁਤ ਸਾਰੇ ਐਲਾਨ ਕਰ ਦਿੰਦਾ ਹੈ ਵੀ ਬਣ ਵੀ ਗਈ ਆ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦੀ ਹਾਂ, ਇੱਥੇ ਕਲੈਰੀਫਾਈ ਕਰਨੀ ਚਾਹੁੰਦੀ ਹਾਂ। ਦੇਖੋ ਜਿੰਨੀ ਮੇਰੀ ਰਿਪੋਰਟ ਹੈਗੀ ਆ, ਮੈਂ ਦੋਨਾਂ ਯੂਨੀਅਨਸ ਦੇ ਨਾਲ ਮਿਲ ਹਟੀ ਆ, ਸਰੀ ਪੁਲਿਸ ਨਾਲ ਵੀ RCMP ਨਾਲ, ਦੋਨਾਂ ਨਾਲ ਇੱਕ ਵਾਰੀ ਹੀ ਮਿਲੀ ਆ। ਦੋਨਾਂ ਨੇ ਜਿਹੜਾ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ ਨਾ, ਇੱਕ ਆ ਕਹਿੰਦਾ ਇੱਕ ਆ ਕਹਿੰਦਾ, ਤੁਸੀਂ ਦੋ ਅਲੱਗ ਦੁਨੀਆ ਵਿੱਚ ਵਸਦੇ ਆ, ਉਹਦੇ ਵਿੱਚ ਕੋਈ ਮੇਲ ਤੇਲ ਹੈ ਨਹੀਂ ਵੀ ਇੱਕ ਸ਼ਹਿਰ ਦੀ ਗੱਲ ਕਰ ਰਹੇ ਆ। ਸੋ ਇਸ ਕਰਕੇ ਮੇਅਰ ਦੇ ਕਹਿਣ ਤੇ ਵੀ ਐਂਡ ਆਫ ਈਅਰ ਤੱਕ ਦ ਬੈਸਟ ਜਿਹੜਾ ਮੈਂ ਦੇਖਿਆ, ਬੈਸਟ ਦੇਖਿਆ ਵੀ 4 ਸਾਲ ਲੱਗ ਜਾਣੇ ਆ ਟੂ ਡੂ ਦੀ ਫੁੱਲ ਟ੍ਰਾਂਜੀਸ਼ਨ ਵੀ ਜਿੱਥੇ RCMP ਇੱਥੇ ਨਾ ਹੋਊਗੀ। ਤੇ ਵਰਸਟ ਜਿਹੜਾ ਸੁਣਿਆ ਆ ਵੀ ਇਹਨੂੰ 8 ਤੋਂ 10 ਸਾਲ ਵੀ ਲੱਗ ਸਕਦੇ ਆ। ਬਿਲਕੁਲ, ਕਿਉਂਕਿ ਉਹਨਾਂ ਕੋਲ ਆਫੀਸਰਸ ਵੀ ਹੈ ਨਹੀਂਗੇ, ਉਹੀ RCMP ਵਾਲੇ ਸਰੀ 'ਚ ਚੱਲ ਜਾਣਗੇ। ਸੋ ਉਹਦੇ ਨਾਲ ਕੀ ਫਰਕ ਪੈਣਾ ਹੈ? ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਤੇ ਡਿਬੇਟ ਕੀਤੀ ਜਾ ਸਕਦੀ ਹੈ। ਇੱਕ ਹੋਰ ਵੀ ਗੱਲ ਹੈਗੀ ਆ ਨਾ ਵੀ ਅਸੀਂ ਇਹ ਵੀ ਕਹਿ ਦਈਦਾ ਆ ਜੇ ਸਾਡੀ ਪੁਲਿਸ ਹੋਊਗੀ ਫਿਰ ਆ ਨਾ ਹੋਊਗਾ। Vancouver has their own police. They get shootings in Vancouver. They get racism in Vancouver. Lots of ਉਹ ਯੂਨੀਫਾਰਮ ਬਦਲਣ ਦੇ ਨਾਲ ਨਹੀਂ ਹੋਣਾ, ਪਰ ਇਸ ਵਕਤ ਸਰੀ ਦੇ ਉੱਪਰ ਬਹੁਤ ਵੱਡਾ ਖੜਾ ਆ ਵੀ ਜਿੱਦਾਂ ਵੀ ਆਹ ਜਿਹੜਾ ਡਿਸੀਜਨ ਆ, ਦੇਖੋ ਟ੍ਰਾਂਜੀਸ਼ਨ ਦਾ ਡਿਸੀਜਨ ਬਣ ਗਿਆ 4 ਸਾਲਾਂ ਦੇ ਵਿੱਚ ਇੱਥੇ ਤੱਕ ਗਿਆ ਆ ਜਿੱਥੇ ਹਾਈ ਲੈਵਲ ਮੈਨੇਜਮੈਂਟ ਹਾਇਰ ਕੀਤੀ ਗਈ ਆ, ਮਿਡਲ ਮੈਨੇਜਮੈਂਟ ਵੀ ਸਟ੍ਰੈਂਥ ਪੁਲਿਸ ਦੀ ਹਾਇਰ ਕੀਤੀ ਗਈ ਹੋਊਗੀ, ਪਰ ਜਿਹੜੇ ਕਨਸਟੇਬਲਸ ਔਨ ਦ ਸਟਰੀਟਸ ਆ ਉਹ ਕਿੰਨੇ ਆ? ਮੈਂ ਕਹਿ ਸਕਦੀ ਹਾਂ ਇੱਕ ਕਹਿੰਦਾ ਵੀ 67 ਆ, ਦੂਸਰੇ ਕਹਿੰਦੇ ਵੀ 85 ਆ। ਐਂਡ ਆਫ ਈਅਰ ਤੱਕ 100 ਹੋ ਸਕਦਾ, 150 ਹੋ ਸਕਦਾ ਆ। ਪੁਲਿਸਿੰਗ ਦੀ RCMP ਇਜ਼ ਅਰਾਊਂਡ 810 850। ਸੋ ਉੱਥੇ ਜਾਣ ਨੂੰ ਤੁਸੀਂ ਸੋਚੋ, ਇਹ ਹਾਇਰਿੰਗ ਵੀ ਕਰਨੀ ਪੈਂਦੀ ਆ, ਟ੍ਰੇਨਿੰਗ ਵੀ ਕਰਨੀ ਪੈਂਦੀ ਆ, ਕਲੀਅਰੈਂਸ ਵੀ ਕਰਨੀ ਪੈਂਦੀ ਆ।
ਤੇ ਜਦ ਤੱਕ ਟ੍ਰਾਂਜੀਸ਼ਨ ਨਹੀਂ ਹੁੰਦਾ ਬਹੁਤ ਸਾਰੇ ਖਰਚ ਹੈਗੇ ਆ ਜਿਹੜੇ ਸਰੀ ਟੈਕਸ ਪੇਅਰ ਇਸ ਵਕਤ ਡਬਲ ਦੇ ਰਿਹਾ ਆ ਉਹ ਦੇਖੋ ਜੇ ਆਪਾਂ ਨੂੰ ਸਰੀ ਪੁਲਿਸ ਸਭ ਤੋਂ ਵਧੀਆ ਸੇਫਟੀ ਤਾਂ ਸਿਕਿਉਰਿਟੀ ਦਿੰਦੀ ਆ ਫਿਰ ਆਪਾਂ ਨੂੰ ਉਹਨਾਂ ਨੂੰ ਚੁਣਨਾ ਚਾਹੀਦਾ ਹੈ ਜੇ ਸਭ ਤੋਂ ਵਧੀਆ ਇੱਥੇ ਅਸੀਂ ਐਮਪੀ ਤੇ ਮਿਲ ਰਹੀ ਆ ਫਿਰ ਉਹਨੂੰ ਚੁਣਨਾ ਚਾਹੀਦਾ ਆ ਸੋ ਇਸ ਵਕਤ ਕਹਿਣਾ ਵੀ ਤੂੰ ਚੁਣ A ਜਾਂ B ਮੈਂ ਇਹ ਗਲਤੀ ਨਹੀਂ ਕਰਨੀ ਮੈਂ ਸ਼ੁਰੂ ਤੋਂ ਦੇਖਿਆ ਬੱਚਿਆਂ ਨੂੰ ਵੀ ਸਿਖਾਇਆ ਆ ਪਹਿਲਾਂ ਇਨਫੋਰਮੇਸ਼ਨ ਇਕੱਠਾ ਕਰੋ ਜਦੋਂ ਤੁਹਾਡੇ ਕੋਲ ਆંકੜੇ ਹੋਣਗੇ ਫਿਰ ਤੁਸੀਂ ਡਿਸੀਜਨ ਬਣਾਵੋ on both I have respect for both police forces ਬਿਲਕੁਲ ਜੀ I have nothing against any of them I think they are both going in there to do the best job they can for Surrey but the Surrey taxpayer has some big questions I'm being asked those and I need to find those answers and share them with the taxpayers ਅੱਛਾ ਜਿਨੀ ਹੁਣ ਆਪਣੇ ਕੋਲ ਟਾਈਮ ਜਿਹੜਾ ਲਗਾਤਾਰ ਭੱਜਦਾ ਜਾ ਰਿਹਾ ਤੁਹਾਡੀ ਜਿਹੜੀ ਸਲੇਟ ਹੈਗੀ ਆ ਉਹਦੇ ਵਿੱਚ 4 ਜਾਣੇ ਚੁਣ ਲਏ ਗਏ ਆ ਹਜੇ ਹੋਰ ਆਉਣੇ ਬਾਕੀ ਹੈਗੇ ਆ ਸੋ ਤੁਸੀਂ ਜਿਵੇਂ ਕਿਹਾ ਕਿ ਡਿਵਰਸ ਜਿਹੜੀ ਹੋਏਗੀ ਤੇ ਜਿਹੜੀ ਹੈਗੀ ਆ ਫਾਰਵਰਡ ਸਰੀ ਫਾਰਵਰਡ ਜਿਹੜਾ ਮੂਵਿੰਗ ਫਾਰਵਰਡ ਤੁਸੀਂ ਸਲੋਗਨ ਜਿਹੜਾ ਦਿੱਤਾ ਹੈਗਾ ਉਹਦੇ ਬਾਰੇ ਵੀ ਦੱਸੋ ਕਿਉਂ ਚੁਣਿਆ ਗਿਆ ਤੇ ਹੋਰ ਕਿਹੜੇ ਜਿਹੜੇ ਸਟੇਟ ਦੇ ਵਿੱਚ ਐਜ਼ ਅ ਕਾਉਂਸਲਰ ਰਨ ਕਰਨ ਦੇ ਨਾਲ ਲਈ ਤੁਹਾਡੇ ਨਾਲ ਹੋਣਗੇ ਸਰੀ ਫਾਰਵਰਡ ਇੱਕ ਸਿਵਿਕ ਪਾਰਟੀ ਹੈਗੀ ਆ ਉਹ ਕਿਸੇ ਹੋਰ ਪਾਰਟੀ ਦੀ ਹੈ ਨਹੀਂ ਉਹ ਸਿਵਿਕ ਪਾਰਟੀ ਹੈਗੀ ਆ ਜਿਹੜੇ ਲੋਕਾਂ ਨੇ ਰਲ ਮਿਲ ਕੇ ਬਣਾਈ ਆ ਵੀ ਸਾਨੂੰ ਸਰੀ ਦੇ ਵਿੱਚ ਸੁਧਾਰ ਚਾਹੀਦਾ ਆ ਤੇ ਮੈਂ ਉਹਨਾਂ ਦੀ ਹੁਣ ਮੈਂਬਰ ਵੀ ਹੈਗੀ ਆ ਅੱਗੇ ਹੈ ਨਹੀਂ ਸੀਗੀ ਮੈਂ ਆਪਣੀ ਮੇਅਰ ਦੀ ਐਪਲੀਕੇਸ਼ਨ ਉਹਨਾਂ ਦੇ ਮੂਹਰੇ ਰੱਖੀ ਉਹ ਮੈਨੂੰ ਬਹੁਤ ਚਿਰਾਂ ਦਾ ਪੁੱਛਦੇ ਸੀਗੇ ਤੇ ਮੈਂ ਆਪਣੀ ਐਪਲੀਕੇਸ਼ਨ ਦੇ ਦਿੱਤੀ ਉਹਨਾਂ ਨੇ ਮੈਨੂੰ ਅਪਰੂਵ ਕਰ ਲਿਆ ਸੀਗਾ ਤੇ ਪਰ ਸਾਡੀ ਸਲੇਟ ਵੀ ਟ੍ਰਾਈਂਗ ਟੂ ਲੁੱਕ ਫॉर ਬੈਲੈਂਸ ਸਾਨੂੰ ਬੈਲੈਂਸ ਚਾਹੀਦੀ ਹੈ ਜੈਂਡਰ ਬੈਲੈਂਸ ਵੀ ਦੇਖ ਰਹੇ ਆ ਅਸੀਂ ਡਾਈਵਰਸਿਟੀ ਵੀ ਦੇਖ ਰਹੇ ਆ ਇਹ ਨਹੀਂ ਵੀ ਸਾਰੇ ਲੋਕ ਇੱਕ ਇਲਾਕੇ 'ਚੋਂ ਹੋਣ ਸਰੀ ਦੇ ਵਿੱਚੋਂ ਸਾਊਥ ਸਰੀ ਜਾਂ ਪਾਨਾਰਾਮਾ ਵਿੱਚੋਂ ਦੂਸਰੇ ਇਲਾਕਿਆਂ ਵਿੱਚੋਂ ਵੀ ਹੋਣ ਅਸੀਂ ਵੀ ਇਹ ਵੀ ਦੇਖ ਰਹੇ ਵੀ ਜਿਹੜੀ ਆਪਣੇ ਇੱਥੇ ਐਥਨਿਕ ਡਾਈਵਰਸਿਟੀ ਹੈਗੀ ਆ ਉਹ ਵੀ ਰਿਫਲੈਕਟ ਹੋਵੇ ਸੋ ਹੁਣ ਮੈਂ ਕਈ ਸਾਲਾਂ ਦੀ ਸਰੀ ਵਿੱਚ ਰਹਿੰਦੀ ਹਾਂ ਮੈਂ ਦੇਖਦੀ ਹਾਂ ਹਰੇਕ ਸਿਟੀ ਕਾਉਂਸਲ ਦੇ ਵਿੱਚ ਇੱਕ ਐਥਨਿਕ ਮਾਈਨੋਰਿਟੀ ਦਾ ਬੰਦਾ ਹੁੰਦਾ ਆ ਬਾਕੀ ਨਹੀਂ ਹੁੰਦੇ ਅਸੀਂ ਪੂਰੀ ਕੋਸ਼ਿਸ਼ ਕਰਨੀ ਆ ਵੀ ਜਿਹੜੀ ਐਥਨਿਕ ਡਾਈਵਰਸਿਟੀ ਹੈਗੀ ਆ ਉਹ ਰਿਫਲੈਕਟ ਹੋਵੇ ਤੇ ਅਸੀਂ 6 ਕੈਂਡੀਡੇਟਸ ਚੁਣੇ ਆ 4 ਦਾ ਐਲਾਨ ਕੀਤਾ ਆ ਤੇ ਦੂਸਰੇ 2 ਐਲਾਨ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਤੇ ਮੈਨੂੰ ਬਹੁਤ ਗਰਵ ਹੈਗਾ ਜਿਹੜਾ ਗਰੁੱਪ ਸਾਡੇ ਨਾਲ ਖੜਾ ਹੋਇਆ ਆ ਜਦੋਂ ਤੁਸੀਂ ਉਹਨਾਂ ਦੀਆਂ ਫੋਟੋਆਂ ਤਾਂ ਸਾਰਿਆਂ ਨੇ ਦੇਖ ਲਈਆਂ they do reflect our diversity ਪਰ ਸਭ ਤੋਂ ਵੱਡੀ ਗੱਲ ਹੈਗੀ ਆ ਉਹਨਾਂ ਦਾ ਪੈਸ਼ਨ ਹੈਗਾ ਆ ਸਰੀ ਲਈ ਵੀ ਅਸੀਂ ਸਰੀ ਵਿੱਚ ਸੁਧਾਰ ਲੈ ਕੇ ਆਉਣਾ ਆ ਇੱਥੇ ਹੀ ਅਸੀਂ ਜਾਂ ਕਈ ਜੰਮੇ ਇੱਥੇ ਆ ਕਿ ਕਹਿੰਦੇ ਅਸੀਂ ਆਏ ਸੀਗੇ ਅਸੀਂ ਸਰੀ ਨੂੰ ਅਪਣਾਇਆ ਆ ਸਾਡੇ ਬੱਚਿਆਂ ਨੇ ਇੱਥੇ ਰਹਿਣਾ ਆ ਵੀ ਅਸੀਂ ਵਧੀਆ ਮਿਊਨਿਸਪੈਲਿਟੀ ਛੱਡ ਕੇ ਜਾਈਏ ਵੀ ਸਾਡੇ ਬੱਚਿਆਂ ਨੂੰ ਹੋਰ ਬਾਹਰ ਨਾ ਜਾ ਕੇ ਦੇਖਣਾ ਪਵੇ ਜਿਨੀ ਇਸ ਵਾਰ ਮੁਕਾਬਲਾ ਜਿਹੜਾ ਬਹੁਤ ਮੈਨੂੰ ਲੱਗਦਾ ਹੈ ਕਿ ਦਮਦਾਰ ਹੋਣ ਵਾਲਾ ਆ ਕਿਉਂਕਿ ਮੈਨੂੰ ਲੱਗਦਾ ਇੱਕ ਨਹੀਂ ਦੋ ਨਹੀਂ 5 ਸਟਰੋਂਗ ਜਿਹੜੀਆਂ ਧਿਰਾਂ ਹੋਣਗੀਆਂ ਜਿਹੜੀਆਂ ਮੈਦਾਨ ਦੇ ਵਿੱਚ ਕੁੱਦਣਗੀਆਂ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਸੀਗਾ ਕਿ ਆਗਾਜ਼ ਕਰਨ ਵਾਲੇ ਤੁਸੀਂ ਹੈਗੇ ਹਜੇ ਟਾਈਮ ਹੈਗਾ ਸਰੀ ਦੇ ਲੋਕਾਂ ਕੋਲ ਉਹ ਸੋਚ ਸਕਦੇ ਆ ਫੋਕਸ ਕਰ ਸਕਦੇ ਆ ਸਰਚ ਕਰ ਸਕਦੇ ਆ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਆ ਤੇ ਫਿਰ ਆਪਣੇ ਲਈ ਇੱਕ ਵਧੀਆ ਮੇਅਰ ਚੁਣ ਸਕਦੇ ਆ ਕੀ ਕਹੋਗੇ ਜੀ ਬਿਲਕੁਲ ਅਸੀਂ ਡੈਮੋਕ੍ਰੈਟਿਕ ਮੁਲਕ ਵਿੱਚ ਰਹਿੰਦੇ ਆ ਜਿੱਥੇ ਵੈਨਕੂਵਰ 'ਚ ਦੇਖੋ 4 5 6 ਸਦਾ ਹੀ ਖੜੇ ਹੁੰਦੇ ਆ ਇੱਥੇ ਐਤਕੀ 3 ਤਾਂ ਹੋ ਗਏ ਐਲਾਨ 2-3 ਹੋਰ ਹੋ ਜਾਣਗੇ ਇਹ ਲੋਕਾਂ ਦਾ ਹੱਕ ਆ ਜਿਹੜਾ ਵੀ ਕੈਂਡੀਡੇਟ ਆਊਗਾ ਆਪਣਾ ਪੱਖ ਮੋਰੇ ਰੱਖੋ ਆਪਣਾ ਪਲੇਟਫਾਰਮ ਮੋਰੇ ਰੱਖੋ ਆਪਣੀ ਤਜਰਬਾ ਮੋਰੇ ਰੱਖੋ ਆਪਣੀ ਐਕਸਪੀਰੀਅੰਸ ਮੋਰੇ ਰੱਖੋ ਤੇ ਲੋਕਾਂ ਨੂੰ ਚੋਇਸ ਮਿਲੇ ਦੈਟਸ ਡੈਮੋਕ੍ਰੇਸੀ ਮੇਰੇ ਡੈਡ ਨੇ ਮੈਨੂੰ ਇੱਕ ਗੱਲ ਸਿਖਾਈ ਸੀਗੀ ਵੀ ਵੋਟਰਸ ਆਰ ਆਲਵੇਜ਼ ਰਾਈਟ no matter who they vote for that's who they have chosen ਜੇ ਉਹ ਨਹੀਂ ਪਸੰਦ 4 ਸਾਲ ਬਾਅਦ ਉਹਨਾਂ ਨੂੰ ਮੌਕਾ ਮਿਲਦਾ ਆ to bring in a different group ਪਰ ਮੈਂ ਲੋਕਾਂ ਦੇ ਨਾਲ ਇੱਕੋ ਹੀ ਵਾਅਦਾ ਕਰਦੀ ਹਾਂ I will work hard to ਉਹ ਸ਼ਹਿਰ ਬਣਾਉਣ ਲਈ ਜਿੱਥੇ ਸਾਡੇ ਬੱਚੇ ਤੇ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਗਰਵ ਹੋਵੇ ਅਸੀਂ ਕੈਨੇਡਾ ਵਿੱਚ ਰਹਿ ਕੇ ਇੱਥੇ ਪੂਰਾ ਮੁਕਾਬਲਾ ਕਰ ਰਹੇ ਹਾਂ ਤੇ ਅਸੀਂ ਇੱਥੇ ਹਰ ਇੱਕ ਜਿਹੜਾ ਉਹਨਾਂ ਦਾ ਸੁਪਨਾ ਪੂਰਾ ਕਰ ਸਕਣ ਜੀ ਬਿਲਕੁਲ ਸੋ ਅਲੱਗ-ਅਲੱਗ ਮੁੱਦੇ ਜਿਹੜੇ ਨੇ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਰਹਿਣਗੇ ਹੋਰ ਸਵਾਲ ਆਉਂਦੇ ਰਹਿਣਗੇ ਅਸੀਂ ਤੁਹਾਡੇ ਤੱਕ ਉਹ ਸਵਾਲ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੋਂ ਆਨਸਰ ਜਾਣਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਰਵਾਂਗੇ ਪਰ ਗੁੱਡ ਵਿਸ਼ੇਸ ਫਰਮ ਆਲ ਆਫ ਅਸ ਥੈਂਕ ਯੂ ਜਿਨੀ ਸਿਮਸ ਦੇ ਨਾਲ ਗੱਲਬਾਤ ਹੋਈ ਹੈ ਮੇਅਰ ਦੇ ਉਮੀਦਵਾਰ ਨੇ ਹੁਣ ਆਪਾਂ ਇਹਨਾਂ ਨੂੰ ਐਮਐਲਏ ਥੋੜੇ ਦਿਨਾਂ ਦੇ ਲਈ ਕਹਿਣਾ ਬੰਦ ਕਰ ਦੇਣਾ ਆ ਕਿਉਂਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਮੇਅਰ ਚੁਣੋ ਪਰ
ਆਪਣੀ ਸਰਚ ਕਰਨੀ ਜਾਰੀ ਰੱਖੋ, ਇਨਫੋਰਮੇਸ਼ਨ ਲੈਣੀ ਜਾਰੀ ਰੱਖੋ। ਹਜੇ ਟਾਈਮ ਹੈ ਸਾਡੇ ਕੋਲ ਕਿ ਅਸੀਂ ਸਰੀ ਦੇ ਲਈ ਇੱਕ ਵਧੀਆ ਮੇਅਰ, ਇੱਕ ਵਧੀਆ ਸਲੇਟ ਚੁਣ ਸਕੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਾਲ ਜਿਹੜੇ ਨੇ ਉਹ ਸਰੀ ਦੇ ਲਈ, ਸਰੀ ਦੇ ਯੂਥ ਦੇ ਲਈ ਵਧੀਆ ਹੋਣ। ਸੋ ਜੇ ਤੁਹਾਨੂੰ ਨਹੀਂ ਪਤਾ, ਬੱਚਿਆਂ ਨੂੰ ਕਹੋ ਕਿ ਮੈਨੂੰ ਦੱਸੋ ਕਿ ਕੌਣ ਰਨ ਕਰ ਰਿਹਾ, ਕੀ ਮੋਟਿਵ ਆ ਉਹਨਾਂ ਦਾ, ਸਲੇਟ ਕੀ ਹੈ, ਕੌਣ ਰਨ ਕਰ ਰਿਹਾ, ਕੀ ਉਹ ਅੱਗੇ ਜਾ ਕੇ ਕਰਨਗੇ, ਕਿਹੜੇ ਮੁੱਦੇ ਹੋਣਗੇ। ਸੋ ਜ਼ਰੂਰ ਆਪਣੇ ਬੱਚਿਆਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਡਿਸਕਸ ਕਰੋ। ਸੋ ਜਦੋਂ ਅਸੀਂ ਡਿਸਕਸ ਕਰਦੇ ਹਾਂ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਕੀ ਆਊਟਕਮ, ਕੀ ਰਿਜ਼ਲਟ ਨਿਕਲ ਕੇ ਆਉਂਦਾ। ਜੇ ਤੁਹਾਡਾ ਵੀ ਕੋਈ ਸਵਾਲ ਆ ਤਾਂ ਜ਼ਰੂਰ ਸਾਡੇ ਤੱਕ ਪਹੁੰਚਾਇਓ, ਤਾਂ ਕਿ ਅਸੀਂ ਅੱਗੇ ਕੈਂਡੀਡੇਟਸ ਨੂੰ, ਉਮੀਦਵਾਰਾਂ ਨੂੰ ਪੁੱਛ ਸਕੀਏ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।